सत श्री अकाल, ਤੁਸੀਂ ਦੇਖ ਰਹੇ ਹੋ ਔਨ 에ਅਰ। ਮੈਂ ਹਾਂ ਜਸਨੂਰ ਧਵਨ। ਤਾਜ਼ਾ ਖਬਰ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹ ਪਹੁੰਚ ਚੁੱਕਿਆ ਹੈ ਸੁਪਰੀਮ ਕੋਰਟ ਕੋਲ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਕੇਂਦਰ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਲੈਂਦੇ ਤਾਂ ਸੁਪਰੀਮ ਕੋਰਟ ਵੱਲੋਂ ਇਹ ਬਿੱਲ ਹੋਲਡ ਤੇ ਰੱਖ ਦਿੱਤੇ ਜਾਣਗੇ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸੀਮਾ, ਜੋ ਸਾਨੂੰ ਦੱਸਣਗੇ ਕਿਸਾਨੀ ਬਿੱਲਾਂ ਬਾਰੇ ਤੇ ਦੱਸਣਗੇ ਕਿ ਜੇ ਇਹ ਬਿੱਲ ਹੋਲਡ ਤੇ ਰੱਖੇ ਜਾਂਦੇ ਹੈ ਸੁਪਰੀਮ ਕੋਰਟ ਵੱਲੋਂ ਤੇ ਇਹਦਾ ਕੀ ਹੋਏਗਾ ਤੇ ਕੀ ਹੱਲ ਨਿਕਾਲਿਆ ਜਾਏਗਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਮੈਮ, ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਜਿਵੇਂ ਤਾਜ਼ਾ ਖਬਰ ਆਈ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸੈਂਟਰ ਨੂੰ ਕਿ ਜੇ ਤੁਸੀਂ ਹੱਲ ਨਹੀਂ ਕੱਢੋਗੇ ਤਾਂ ਸਾਡੇ ਵੱਲੋਂ ਬਿੱਲ ਹੋਲਡ ਤੇ ਰੱਖ ਦਿੱਤੇ ਜਾਣਗੇ। ਮੈਮ, ਇਹਦਾ ਕਿਵੇਂ ਪ੍ਰੋਸੀਜਰ ਹੋਏਗਾ? ਪਹਿਲਾਂ ਤਾਂ ਸੈਂਟਰ ਨੂੰ ਇੱਦਾਂ ਦੇ ਬਿੱਲ ਲਿਆਉਣੇ ਹੀ ਨਹੀਂ ਚਾਹੀਦੇ ਸੀਗੇ ਕਿ ਜਿਹੜੇ ਸਾਰੀ ਪਬਲਿਕ ਦੇ ਅਗੇਂਸਟ ਆ, ਕਿਉਂਕਿ ਆਪਣੇ ਇੰਡੀਆ 'ਚ ਆਪਣਾ ਇੰਡੀਆ ਹਜੇ ਇੰਨਾ ਡਿਵੈਲਪ ਨਹੀਂ ਕਰ ਗਿਆ ਕਿ ਇੱਥੇ ਇੱਕ ਜਿਵੇਂ ਪਤਾ ਕਿ ਇੱਕ ਲੇਮਨ ਕਿੱਦਾਂ ਰੋਟੀ ਕਮਾ ਕੇ ਖਾ ਰਿਹਾ। ਸਾਡੇ ਗੁਰੂਆਂ ਵੱਲੋਂ ਲੰਗਰ ਪ੍ਰਥਾ ਸ਼ੁਰੂ ਤੋਂ ਚਲਾਈ ਗਈ ਆ। ਉਹ ਲੰਗਰ ਪ੍ਰਥਾ ਆਪਣੀ ਤਾਂ ਹੀ ਚੱਲਦੀ ਰਹੂਗੀ ਜੇ ਆਪਣੇ ਕੋਲ ਅਨਾਜ ਆਪਣੇ ਹੱਥਾਂ 'ਚ ਹੋਊਗਾ। ਆਪਾਂ ਸਿੱਖ ਕਮਿਊਨਿਟੀ ਸਾਰੀ ਆਪਾਂ ਲੰਗਰ, ਜਿਹੜੇ ਵਿਚਾਰੇ ਗਰੀਬ ਆ ਜਿਨ੍ਹਾਂ ਕੋਲ ਇੱਕ ਟਾਈਮ ਦੀ ਰੋਟੀ ਵੀ ਨਹੀਂ ਕਮਾਈ ਜਾਂਦੀ, ਆਪਾਂ ਉਹਨਾਂ ਨੂੰ ਐਟਲੀਸਟ ਫ੍ਰੀ ਫੂਡ ਪ੍ਰੋਵਾਈਡ ਕਰ ਸਕੀਏ। ਉਹ ਤਾਂ ਹੋਊਗਾ ਜੇ ਆਪਣੀ ਖੇਤੀਬਾੜੀ 'ਚ ਕਾਰਪੋਰੇਟ ਸੈਕਟਰ ਇੰਟਰਫੇਅਰ ਨਹੀਂ ਕਰੂਗਾ। ਇਹ ਜਿਹੜੇ ਬਿੱਲ ਬਣਾਏ ਗਏ ਆ ਇਹਦੇ ਨਾਲ ਕੀ ਹੋਣਾ ਕਿ ਆਪਣਾ ਸਾਰਾ ਹੀ ਖੇਤੀ, ਸਾਰਾ ਹੀ ਫੂਡ ਕਾਰਪੋਰੇਟ ਸੈਕਟਰ ਦੇ ਹੱਥ 'ਚ ਆ ਜਾਣਾ। ਕੋਈ ਵੀ ਚੀਜ਼ ਜਦੋਂ ਪੈਕ ਹੋ ਜਾਂਦੀ ਹੈ ਨਾ, ਉਹਦਾ ਰੇਟ ਇਨਕਰੀਜ਼ ਹੋ ਜਾਂਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿਵੇਂ ਬ੍ਰਾਂਡ ਦੇ ਆਪਾਂ ਜੇ ਕੱਪੜੇ ਲੈਂਦੇ ਉਹ ਕਿੰਨੇ ਮਹਿੰਗੇ ਆ, ਇੱਕ ਆਮ ਕੱਪੜਾ ਜੇ ਲੈਣ ਜਾਈਏ ਉਹ ਸਸਤਾ ਹੁੰਦਾ ਨਾ। ਇੱਦਾਂ ਹੀ ਜੇ ਫੂਡ ਪੈਕ ਹੋ ਕੇ ਆਉਣ ਲੱਗ ਗਿਆ ਨਾ, ਉਹ ਬਹੁਤ ਮਹਿੰਗਾ ਹੋ ਜਾਣਾ। ਇਹ ਫੂਡ ਆਪਣੀ ਬੇਸਿਕ ਨੀਡ ਆ ਜੀਣ ਲਈ। ਆਪਾਂ ਨੂੰ ਸਾਰਿਆਂ ਨੂੰ ਸਾਰੇ ਆਪਾਂ ਧਰਨੇ 'ਤੇ ਇਸ ਲਈ ਬੈਠੇ ਹੋਏ ਆ ਕਿਉਂਕਿ ਆਪਾਂ ਨੂੰ ਇਹ ਲੱਗਦਾ, ਇਹ ਹੈ ਵੀ ਆ ਕਿ ਫੂਡ ਪੈਕ ਹੋ ਕੇ ਨਹੀਂ ਵਿਕਣਾ ਚਾਹੀਦਾ। ਉਹ ਜਿੱਦਾਂ ਕਿਸਾਨ ਬੀਜ ਰਹੇ ਆ, ਉਗਾ ਰਹੇ ਆ, ਜਿਵੇਂ ਉਹ ਮੰਡੀਆਂ 'ਚ ਪਹਿਲਾਂ ਜਾਂਦਾ ਸੀ ਉੱਦਾਂ ਹੀ ਜਾਵੇ। ਇੱਕ ਆਮ ਇਨਸਾਨ ਜਿਹੜਾ ਡਾਇਰੈਕਟ ਵੀ ਉਹਨਾਂ ਤੋਂ ਲੈ ਸਕਦਾ ਉਹ ਵੀ ਲੈ ਸਕੇ। ਬਿਲਕੁਲ, ਮਤਲਬ ਆਮ ਨਾਗਰਿਕ ਨੂੰ ਇਹਦਾ ਨੁਕਸਾਨ ਹੋਏਗਾ। ਆਮ ਨਾਗਰਿਕ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ। ਇੰਡੀਆ ਹਜੇ ਇੰਨੀ ਡਿਵੈਲਪਮੈਂਟ ਨਹੀਂ ਕਰ ਗਿਆ, ਇੱਥੇ ਹਜੇ ਵੀ ਗਰੀਬੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਤੇ ਜਿਹੜੇ ਬਿੱਲ ਹੈ, ਜਿਹੜੇ ਕਿਹਾ ਜਾ ਰਿਹਾ ਕਿ MSP, ਕਿਤੇ ਕੋਈ ਲੋਕ ਕਹਿ ਰਹੇ ਕਿ MSP ਸਰਕਾਰ ਨੇ ਦੱਸਿਆ ਹੋਇਆ ਹੈ, MSP ਬਾਰੇ ਗੱਲ ਹੋ ਰਹੀ ਹੈ। ਕਿਸਾਨ ਉੱਥੇ ਅੜੇ ਕਿ MSP ਸਾਨੂੰ ਲਿਖਤੀ ਰੂਪ ਵਿੱਚ ਦਿਓ ਤਾਂ ਅਸੀਂ ਗੱਲ ਕਰਾਂਗੇ, ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ MSP ਦੀ ਗੱਲ ਕਰਦੇ ਆ, ਇਹ ਕਿਸਾਨਾਂ ਨੂੰ ਠੱਲ ਪਾਉਣ ਲਈ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਇੱਦਾਂ ਦੀ ਕੋਈ ਗੱਲ ਕਹਿ ਦਿੰਦੇ ਵੀ ਹਾਂ ਉਹ ਚੁੱਪ ਕਰ ਜਾਣ ਤੇ ਆਪਣੇ ਵਾਪਸ ਮੁੜ ਜਾਣ। ਇਹ ਕਿ ਸਿਰਫ ਕਹਿਣ ਦੀਆਂ ਗੱਲਾਂ ਬਣੀਆਂ ਹੋਈਆਂ, ਹਜੇ ਤੱਕ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਜੇ ਤਾਂ ਕੁਛ ਕਰ ਦਿੱਤਾ ਹੁੰਦਾ ਵੀ ਹਾਂ ਅਸੀਂ ਆਹ ਕਾਨੂੰਨ ਜੇ ਤੁਹਾਡੇ ਅਗੇਂਸਟ ਬਣਾਤਾ ਸੀ, ਚਲੋ ਸਾਡੇ ਤੋਂ ਗਲਤੀ ਹੋ ਗਈ, ਅਸੀਂ ਇਹਦੇ ਵਿੱਚ ਅਮੈਂਡਮੈਂਟਸ ਕਰ ਰਹੇ ਹਾਂ, ਕੁਛ ਤਾਂ ਕੀਤਾ ਹੁੰਦਾ ਨਾ। ਉਹ ਤਾਂ ਕੁਛ ਵੀ ਨਹੀਂ ਹਜੇ ਤੱਕ ਕਰ ਰਹੇ। ਹਜੇ ਤੱਕ ਕਹਿਣ ਨੂੰ ਆ ਵੀ ਅਸੀਂ MSP ਇੱਦਾਂ ਕਰ ਦਿੰਦੇ ਹਾਂ, ਉੱਦਾਂ ਕਰ ਦਿੰਦੇ ਹਾਂ, ਹਜੇ ਤੱਕ ਕੁਛ ਨਹੀਂ ਕੀਤਾ। ਤੇ ਜੇ ਆਪਾਂ ਗੱਲ ਕਰੀਏ ਕਿ ਇਹ ਕਾਨੂੰਨ ਵਾਪਸ ਲੈ ਲਿੱਤੇ ਜਾਣਗੇ ਜਾਂ ਅਮੈਂਡਮੈਂਟਸ ਹੀ ਹੋਣਗੇ ਇਹਦੇ 'ਚ, ਤੁਹਾਡੇ ਇਸ ਬਾਰੇ ਕੀ ਕਹਿਣਾ? ਦੇਖੋ, ਜਿੱਥੇ ਕਾਨੂੰਨ ਬਣਾਏ ਜਾਂਦੇ ਆ ਪਬਲਿਕ ਲਈ, ਜੇ ਸਾਰੀ ਪਬਲਿਕ ਹੀ ਕਹਿ ਰਹੀ ਆ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਸਾਡੇ ਸਾਰਿਆਂ ਦੇ ਅਗੇਂਸਟ ਆ, ਤਾਂ ਕਾਨੂੰਨ ਵਾਪਸ ਹੀ ਲੈਣੇ ਚਾਹੀਦੇ ਆ। ਮੈਂ ਤਾਂ ਕਹਿੰਦੀ ਆ ਉਹਦੇ ਵਿੱਚ ਅਮੈਂਡਮੈਂਟਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਕਾਨੂੰਨ ਬਣਾਉਣੇ ਆ ਤਾਂ ਉਹਨਾਂ ਮੁੱਦਿਆਂ 'ਤੇ ਬਣਾਓ ਜਿਹੜੇ ਜ਼ਰੂਰੀ ਆ ਮੁੱਦੇ, ਜਿਵੇਂ ਰਿਸ਼ਵਤ। ਹੁਣ ਆਪਾਂ ਦੇਖਦੇ ਹੀ ਆ ਕਿ ਇੰਡੀਆ 'ਚ ਹਰ ਜਗ੍ਹਾ ਕਿੰਨੀ ਰਿਸ਼ਵਤ ਚੱਲਦੀ ਹੈ। ਇੱਕ ਵਿਚਾਰਾ ਜਿਹੜਾ ਗਰੀਬ ਉੱਥੇ ਕੋਈ ਕੰਮ ਕਰਾਉਣ ਦਾ, ਉਹ ਸਾਨੂੰ ਪਤਾ ਕਿ ਅਗਲਾ ਕਿੰਨਾ ਦੁਖੀ ਹੋ ਕੇ ਇੱਥੋਂ ਜਾਂਦਾ ਵੀ ਉਹਨੂੰ ਰਿਸ਼ਵਤ ਹਰ ਕੰਮ ਲਈ ਇੰਡੀਆ 'ਚ ਦੇਣੀ ਪੈਂਦੀ ਹੈ। ਮੈਂ ਚਾਹੁੰਦੀ ਹਾਂ ਜੇ ਕੋਈ ਸਖਤ ਤੋਂ ਸਖਤ ਕਾਨੂੰਨ ਆਉਣ ਤਾਂ ਰਿਸ਼ਵਤ 'ਤੇ ਆਉਣ, ਜਾਂ ਵੂਮੈਨ ਦੇ ਅਗੇਂਸਟ ਜਿਹੜੇ ਕ੍ਰਾਈਮ ਹੋ ਰਹੇ ਆ ਉਹਨਾਂ 'ਤੇ ਕਾਨੂੰਨ ਆਉਣ, ਨਾ ਕਿ ਜਿਹੜੇ ਲੋਕੀ ਇੱਕ ਗਰੀਬ ਲੋਕ ਨੂੰ ਅਨਾਜ ਡੇਲੀ ਦਾ ਮਿਲਦਾ ਕਿ ਉਸ 'ਤੇ ਕਾਨੂੰਨ ਬਣਾਇਆ ਜਾਵੇ ਕਿ ਅਗਲਾ ਉਸ ਤੋਂ ਵੀ ਔਖਾ ਹੋ ਜਾਏ। ਬਿਲਕੁਲ, ਤੇ ਅਸੀਂ ਗੱਲ ਕਰ ਰਹੇ ਸੀ ਜਿਹੜੀ ਅੱਜ ਦੀ ਤਾਜ਼ਾ ਖਬਰ ਆਈ ਹੈ ਕਿ ਸੁਪਰੀਮ ਕੋਰਟ ਕਹਿ ਰਹੇ ਕਿ ਅਸੀਂ ਬਿੱਲ ਹੋਲਡ ਤੇ ਰੱਖ ਦੇਵਾਂਗੇ, ਤੇ ਫਿਰ ਉਸ ਤੋਂ ਬਾਅਦ ਕੀ ਹੋਏਗਾ? ਜਦ ਬਿੱਲ ਹੋਲਡ ਤੇ ਹੋ ਜਾਣਗੇ ਫਿਰ ਅੰਦੋਲਨ ਚੱਕ ਦਿੱਤਾ ਜਾਏਗਾ? ਦੇਖੋ, ਸੁਪਰੀਮ ਕੋਰਟ ਹਜੇ ਤੱਕ ਉਹਨਾਂ ਨੇ ਬਿੱਲ ਹੋਲਡ ਤੇ ਹੀ ਰੱਖੇ ਹੋਏ ਆ। ਉਹ ਹਜੇ ਸੈਂਟਰ ਨੂੰ ਦੇਖ ਰਹੀ ਹੈ ਕਿ ਉਹ ਕੀ ਕਰਦੇ ਆ, ਹਜੇ ਕੀ ਨਹੀਂ। ਜੇ ਸੈਂਟਰ ਨੇ ਕੁਛ ਨਾ ਕੀਤਾ, ਕਿਸਾਨ ਇੱਦਾਂ ਹੀ ਬੈਠੇ ਰਹੇ, ਤਾਂ ਸੁਪਰੀਮ ਕੋਰਟ ਨੂੰ ਇੱਕ ਨਾ ਇੱਕ ਦਿਨ ਤਾਂ ਇੰਟਰਫੇਅਰ ਕਰਨਾ ਹੀ ਪੈਣਾ। ਹੋ ਸਕਦਾ ਕੋਈ ਕਮੇਟੀ ਬਣਾਏ, ਜਿਹੜਾ ਕਮੇਟੀ ਲੈ ਕੇ ਕੋਈ ਉੱਤੇ ਡਿਸਕਸ਼ਨ ਕਰਕੇ ਕੋਈ ਫੈਸਲਾ ਲਵੇ। ਸੁਪਰੀਮ ਕੋਰਟ ਨੂੰ ਇੱਕ ਨਾ ਇੱਕ ਦਿਨ ਤਾਂ ਪਬਲਿਕ ਦੀ ਸੁਣਨੀ ਪੈਣੀ ਆ। ਤੇ ਸੁਪਰੀਮ ਕੋਰਟ ਪਬਲਿਕ ਨੂੰ ਤਾਂ ਫਿਰ ਕੇਂਦਰ ਤੇ ਇਹ ਗੱਲ ਨਹੀਂ ਆਏਗੀ, ਫਿਰ ਸੁਪਰੀਮ ਕੋਰਟ ਨੂੰ ਇੰਟਰਫੇਅਰ ਕਰਕੇ ਇਸ ਦਾ ਹੱਲ ਕੱਢਣਾ ਪਏਗਾ। ਹਾਂਜੀ, ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਕਿਹਾ ਹੀ ਇਸ ਲਈ ਜਾਂਦਾ ਕਿਉਂਕਿ ਉਹਨੂੰ ਸੁਪਰੀਮ ਪਾਵਰ ਦਿੱਤੀ ਹੋਈ ਆ। ਜੇ ਸੁਪਰੀਮ ਕੋਰਟ ਜੋ ਕਰਨਾ ਚਾਹੇ ਉਹ ਕਰ ਸਕਦੀ ਆ, ਜੋ ਪਬਲਿਕ ਦੇ ਇੰਟਰਸਟ ਵਿੱਚ ਹੈ। ਜੇ ਸੈਂਟਰ ਨੇ ਕੁਛ ਨਾ ਕੀਤਾ ਤਾਂ ਸੁਪਰੀਮ ਕੋਰਟ ਪਬਲਿਕ ਨੂੰ ਇੱਦਾਂ ਮਰਨ ਨਹੀਂ ਦਊਗੀ ਸੜਕਾਂ 'ਤੇ। ਸੁਪਰੀਮ ਕੋਰਟ ਜ਼ਰੂਰ ਕੁਛ ਨਾ ਕੁਛ ਕਰੂਗੀ।
ਤੇ ਬਿਲਕੁਲ ਮੈਮ ਜਿਹੜਾ ਬਿੱਲ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਸਾਡਾ ਅਮੈਂਡਮੈਂਟ ਐਕਟ ਹੈ 2020 ਦਾ, ਉਹਦੇ ਵਿੱਚ ਆਮ ਨਾਗਰਿਕ ਨੂੰ ਉਹਦਾ ਕੀ ਨੁਕਸਾਨ ਹੋਏਗਾ? ਆਮ ਨਾਗਰਿਕ ਨੂੰ ਨੁਕਸਾਨ ਇਹੀ ਹੋਣਾ ਵੀ ਕਿਸਾਨ ਜਿਹੜੇ ਉਹਨਾਂ ਨੇ ਜੋ ਵੀ ਆਪਣੇ ਖੇਤਾਂ ਵਿੱਚ ਬੀਜਿਆ ਉਹ ਸਾਰਾ ਕੀ ਹੋਣਾ ਕਿ ਕਾਰਪੋਰੇਟ ਸੈਕਟਰ ਵਾਲਿਆਂ ਨੂੰ ਜਦੋਂ ਵੇਚ ਦੇਣਾ ਨਾ ਕਿਸਾਨਾਂ ਦੇ ਹੱਥ ਵਿੱਚ, ਜਾਂ ਇੱਕ ਆਮ ਦੁਕਾਨਾਂ ਦੇ ਕੋਲ ਤਾਂ ਉਹ ਕੁਝ ਵੀ ਨਹੀਂ ਹੋਣਾ, ਉਹ ਪੈਕ ਹੋ ਕੇ ਇੱਕ ਇੱਥੇ ਮਾਲ ਬਣਾ ਦਿੱਤੇ ਜਾਣੇ, ਜਿਵੇਂ ਡਿਪਾਰਟਮੈਂਟਲ ਸਟੋਰ, ਸਾਰਾ ਫੂਡ ਪੈਕ ਹੋ ਕੇ ਆਇਆ ਕਰਨਾ। ਜਿਵੇਂ ਆਟਾ ਜਿਵੇਂ 2 ਕਿਲੋ ਆਟਾ ਪੈਕ ਹੋ ਕੇ ਆਇਆ ਕਰੂਗਾ। ਜੇ ਆਪਾਂ ਛੱਲੀ ਵੀ ਬਣ ਕੇ ਲੈਣ ਜਾਇਆ ਕਰਾਂਗੇ ਉਹ ਵੀ ਛੱਲੀ ਪੈਕਡ ਹੋ ਕੇ ਆਇਆ ਕਰੂਗੀ। ਮਤਲਬ ਕੋਈ ਨਾ ਕੋਈ ਕੰਪਨੀ ਉਹਨੂੰ ਆਪਣਾ ਨੇਮ ਦਿਆ ਕਰੂਗੀ, ਉਹ ਆਪਣਾ ਆਪ ਦਾ ਪ੍ਰਾਈਸ ਫਿਕਸ ਕਰਕੇ ਦਿਆ ਕਰੂਗੀ। ਜਿੱਥੇ ਇੱਥੇ ਤਾਂ ਹੁਣ ਚਾਹੇ ਆਪਾਂ ਟਰਾਲੀਆਂ ਤੋਂ ਵੀ ਜਾਂਦੇ ਹੋਏ ਗੰਨੇ ਖਿੱਚ ਸਕਦੇ ਹਾਂ, ਆਪਾਂ ਕਿਤੋਂ ਵੀ ਕਿਸੇ ਵੀ ਖੇਤ ਤੋਂ ਛੱਲੀ ਲੈ ਸਕਦੇ ਹਾਂ, ਕੋਈ ਵੀ ਕਿਸਾਨ ਆਪਾਂ ਨੂੰ ਫ੍ਰੀ ਕਾਫੀ ਸਾਰੀ ਚੀਜ਼ਾਂ ਇੱਦਾਂ ਹੀ ਦੇ ਦਿੰਦੇ ਆ। ਪਰ ਫਿਰ ਉਸ ਤੋਂ ਬਾਅਦ ਜੇ ਇਹ ਕਾਨੂੰਨ ਆ ਗਏ ਫਿਰ ਕੁਝ ਵੀ ਇੱਥੇ ਫ੍ਰੀ ਨਹੀਂ ਹੋਣਾ। ਲੰਗਰ ਪ੍ਰਥਾ ਤੱਕ ਉਹਦਾ ਵੀ ਨੁਕਸਾਨ ਹੋਊਗਾ। ਜਿਹੜਾ ਵਿਚਾਰੇ ਗਰੀਬ ਆਪਦਾ ਕਮਾ ਕੇ ਨਹੀਂ ਖਾ ਸਕਦੇ, ਵਿਚਾਰੇ ਲੰਗਰ ਪ੍ਰਥਾ 'ਚ ਜਾਂਦੇ ਆ, ਉੱਥੇ ਖਾਣਾ ਖਾ ਸਕਦੇ ਆ। ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਜਦੋਂ ਪੈਕ ਹੋ ਕੇ ਆਉਣ ਲੱਗ ਗਈਆਂ ਨਾ, ਤਾਂ ਉਹ ਬਹੁਤ ਮਹਿੰਗੀਆਂ ਹੋ ਜਾਣੀਆਂ ਤੇ ਆਮ ਨਾਗਰਿਕ ਨੂੰ ਹੀ ਫਿਰ ਮਹਿੰਗੀ ਚੀਜ਼ ਖਰੀਦਣੀ ਪਏਗੀ। ਹਾਂਜੀ, ਅਮੀਰ ਨੂੰ ਤਾਂ ਫਿਰ ਵੀ ਕੋਈ ਨੁਕਸਾਨ ਨਹੀਂ ਹੋਣਾ। ਅਮੀਰ ਜਿੱਥੇ ਬਾਕੀ ਚੀਜ਼ਾਂ ਤੇ ਇੰਨੇ ਪੈਸੇ ਖਰਚ ਰਿਹਾ ਉਹ ਫੂਡ ਤੇ ਵੀ ਖਰਚ ਲੂ, ਪਰ ਨੁਕਸਾਨ ਹੋਣਾ ਇੱਕ ਵਿਚਾਰੇ ਗਰੀਬ ਦਾ। ਬਿਲਕੁਲ, ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਹਮੇਸ਼ਾ ਗੱਲ ਕਰਦੇ ਆ ਰਿਹਾ ਕਿ ਜੇ ਜ਼ਮੀਨ ਨਹੀਂ ਹੈ ਤਾਂ ਜ਼ਮੀਰ ਤਾਂ ਹੈ। ਤੇ ਆਮ ਨਾਗਰਿਕ ਦੇ ਵਜੋਂ ਜੇ ਤੁਸੀਂ ਵੀ ਆਮ ਨਾਗਰਿਕ ਹੋ, ਇੱਕ ਕਿਸਾਨਾਂ ਦੇ ਨਾਲ ਇਸ ਸਮੇਂ ਖੜਨਾ ਬਹੁਤ 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 ਜ਼ਰੂਰੀ ਹੈ। ਕਿਉਂਕਿ ਜੇ ਆ ਬਿੱਲ ਲਾਗੂ ਹੁਣੇ ਤਾਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਹੈ ਕਿ ਹੋਲਡ ਤੇ ਰੱਖੇ ਜਾਣਗੇ, ਜੇ ਇਹ ਲਾਗੂ ਹੋ ਕੇ ਸਾਡੇ ਤੱਕ ਪਹੁੰਚ ਜਾਂਦੇ ਹੈ ਤਾਂ ਆਮ ਨਾਗਰਿਕ ਹੀ ਹੈ ਜੋ ਇਸ ਵਿੱਚ ਪਿਸਿਆ ਜਾਏਗਾ ਤੇ ਸਾਨੂੰ ਹੀ ਵੱਧ ਪੈਸੇ ਦੇ ਕੇ ਜਿਹੜੀ ਚੀਜ਼ ਅਸੀਂ 5 ਰੁਪਏ ਦੀ ਲੈਂਦੇ ਸੀ ਉਹ 15 ਰੁਪਏ ਦੀ ਸਾਨੂੰ ਖਰੀਦਣੀ ਪਏਗੀ ਤੇ ਸਾਨੂੰ ਹੀ ਨੁਕਸਾਨ ਹੋਏਗਾ। ਜਿਵੇਂ ਕਿ ਸਾਨੂੰ ਐਡਵੋਕੇਟ ਸੀਮਾ ਜੀ ਨੇ ਦੱਸਿਆ ਵੀ ਕਿ ਅੱਜ ਕਿ ਹੁਣ ਕਿਹੜੀਆਂ ਚੀਜ਼ਾਂ ਹੈ ਜੋ ਆਮ ਨਾਗਰਿਕ ਨੂੰ ਇਫੈਕਟ ਕਰਨਗੇ ਇਸ ਬਿੱਲ ਦੇ ਜ਼ਰੀਏ। ਹੋਰ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਕੈਮਰਾਮੈਨ ਵਿਪਨ